ਪਿਆਰੇ ਵਿਦਿਆਰਥੀਓ, ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਿਦਿਆਰਥੀਓ, ਅੱਜ ਜੋ ਆਪਾਂ ਆਪਣੀ ਪਾਠ ਪੁਸਤਕ ਦੇ ਵਿੱਚੋਂ ਪਾਠ ਤੇ ਵਿਚਾਰ ਵਟਾਂਦਰਾ ਕਰਾਂਗੇ, ਉਹ ਹੈ ਹਰਿਆਵਲ ਦੇ ਬੀਜ, ਜੋ ਕਿ ਲਿਖਿਆ ਹੋਇਆ ਆ ਕਰਨਲ ਜਸਵੀਰ ਭੁੱਲਰ ਦਾ। ਇਸ ਪਾਠ ਦੇ ਵਿੱਚ ਲੇਖਕ ਨੇ ਦੱਸਿਆ ਹੈ ਕਿ ਕਿਵੇਂ ਮਨੁੱਖ ਦੇ ਜ਼ਿੰਦਗੀ ਦੇ ਵਿੱਚ ਰੁੱਖਾਂ ਦੀ ਕੀ ਮਹੱਤਤਾ ਆ। ਰੁੱਖ ਤਾਂ ਚੁੱਪਚਾਪ ਆਪਣਾ ਫਰਜ਼ ਨਿਭਾਉਂਦੇ ਹਨ, ਪਰ ਜਿਹੜਾ ਮਨੁੱਖ ਆ ਉਹ ਕਿਸ ਤਰ੍ਹਾਂ ਰੁੱਖਾਂ ਦੀ ਕਦਰ ਨਾ ਕਰਦੇ ਹੋਏ ਤੇ ਪਤਾ ਹੈ ਉਸਨੂੰ ਕਿ ਰੁੱਖ ਸਾਡੀ ਜ਼ਿੰਦਗੀ ਦੇ ਵਾਸਤੇ ਕਿੰਨੇ ਮਹੱਤਵਪੂਰਨ ਹਨ, ਪਰ ਫਿਰ ਵੀ ਕਿਤੇ ਨਾ ਕਿਤੇ ਉਹ ਕੁਦਰਤ ਦੇ ਨਾਲ ਖਿਲਵਾੜ ਕਰਦਾ ਆ। ਸੋ ਇਸ ਦੇ ਵਿੱਚ ਰੁੱਖਾਂ ਦੀ ਮਹੱਤਤਾ ਦੇ ਨਾਲ ਨਾਲ ਵੱਧ ਤੋਂ ਵੱਧ ਰੁੱਖ ਲਗਾਉਣ ਵਾਸਤੇ ਵੀ ਪ੍ਰੇਰਿਤ ਕੀਤਾ ਗਿਆ ਆ। ਸੋ ਆਪਾਂ ਪੜ੍ਹਦੇ ਹਾਂ ਪਾਠ ਹਰਿਆਵਲ ਦੇ ਬੀਜ। ਹਰਿਆਵਲ ਦੇ ਬੀਜ ਇਹਦੇ ਵਿੱਚ ਦੱਸਿਆ ਗਿਆ ਆ ਕਿ ਕਿਸੇ ਇੱਕ ਇਲਾਕੇ ਦੀ ਗੱਲ ਕੀਤੀ ਗਈ ਆ ਲੇਖਕ ਦੇ ਵੱਲੋਂ ਕਿ ਦੂਰ ਦੁਰਾਡੇ ਤੱਕ ਬਹੁਤ ਹੀ ਵੱਡਾ ਇੱਕ ਜੰਗਲ ਹੁੰਦਾ ਸੀਗਾ। ਉਸ ਜੰਗਲ ਦੇ ਵਿੱਚੋਂ ਤੇ ਉਸ ਆਸ-ਪਾਸ ਦੇ ਇਲਾਕੇ ਦੇ ਵਿੱਚ ਬਹੁਤ ਹੀ ਰੌਣਕ ਹੁੰਦੀ ਸੀਗੀ, ਠੰਡੀਆਂ ਹਵਾਵਾਂ ਆਉਂਦੀਆਂ ਸਨ, ਤਪਸ਼ ਦਾ ਕਿਤੇ ਵੀ ਨਾਮੋ ਨਿਸ਼ਾਨ ਨਹੀਂ ਸੀਗਾ। ਤੇ ਜਦੋਂ ਕਿਤੇ ਕੁਝ ਸਾਲਾਂ ਵੱਲ ਵੇਖਿਆ ਕਿ ਦੂਰ ਤੱਕ ਇੱਕ ਤਪਦਾ ਹੋਇਆ ਮਾਰੂਥਲ ਨਜ਼ਰ ਆਇਆ। ਤਿੱਖੀਆਂ ਤੁਰਸ਼ ਹਵਾਵਾਂ ਵਗਦੀਆਂ ਸਨ ਤੇ ਚੁਫੇਰੇ ਉੱਡਦੀ ਹੋਈ ਰੇਤ ਸੀਗੀ। ਤੇ ਇਹ ਵੀ ਦੱਸਿਆ ਆ ਕਿ ਜੰਗਲ ਹਰਾ ਭਰਾ ਸੀਗਾ ਤੇ ਇੱਕ ਵਾਰੀ ਫਕੀਰ ਉਸ ਪਾਸਿਓਂ ਲੰਘਿਆ ਤੇ ਉਸਨੇ ਵੇਖਿਆ ਕਿ ਲੋਕ ਅੰਨ੍ਹੇਵਾਹ ਰੁੱਖਾਂ ਦੀ ਕਟਾਈ ਕਰੀ ਜਾ ਰਹੇ ਆ, ਰੁੱਖਾਂ ਨੂੰ ਵੱਢੀ ਜਾ ਰਹੇ ਆ। ਫਕੀਰ ਨੇ ਲੋਕਾਂ ਨੂੰ ਆਖਿਆ ਕਿ ਇਸ ਤਰ੍ਹਾਂ ਤਾਂ ਤੁਸੀਂ ਉੱਜੜ ਜਾਣਾ ਆ। ਤੇ ਉਹ ਲੋਕ ਤਾਂ ਕਈ ਸਾਲਾਂ ਤੋਂ ਜੰਗਲ ਕੱਟ ਰਹੇ ਸੀਗੇ, ਲੱਕੜਾਂ ਕੱਟ ਕੇ ਅਮੀਰ ਹੋਏ ਸੀਗੇ ਵੇਚ-ਵੇਚ ਕੇ। ਤੇ ਉਹਨਾਂ ਨੂੰ ਫਕੀਰ ਦੀ ਗੱਲ ਬੜੀ ਹੀ ਮੂਰਖਤਾ ਭਰੀ ਲੱਗੀ। ਉਹ ਹੱਸ ਪਏ ਤੇ ਪਹਿਲਾਂ ਵਾਂਗ ਹੀ ਰੁੱਖ ਵੱਢਦੇ ਰਹੇ। ਹੌਲੀ-ਹੌਲੀ ਜੰਗਲ ਮੁੱਕ ਗਿਆ। ਹੜ੍ਹ ਆਏ ਤੇ ਹੜ੍ਹਾਂ ਦਾ ਪਾਣੀ ਸੋਖਣ ਲਈ ਉੱਥੇ ਕੋਈ ਰੁੱਖ ਹੀ ਨਹੀਂ ਸੀਗਾ। ਹੜ੍ਹਾਂ ਨੇ ਤਬਾਹੀ ਵੀ ਬਹੁਤ ਕੀਤੀ, ਜ਼ਰਖੇਜ਼ ਮਿੱਟੀ ਨੂੰ ਵੀ ਰੋੜ ਕੇ ਲੈ ਗਏ। ਜ਼ਰਖੇਜ਼ ਮਿੱਟੀ ਉਪਜਾਊ ਮਿੱਟੀ ਤੇ ਲੋਕ ਇੱਕ ਨੰਗ ਮੁਨੰਗੀ ਧਰਤੀ ਉੱਪਰ ਬੈਠੇ ਰਹੇ। ਹਰਿਆ ਭਰਿਆ ਦੇਸ ਮਾਰੂਥਲ ਦਾ ਰੂਪ ਧਾਰਨ ਕਰ ਗਿਆ। ਨਿਤ ਤੇਜ਼ ਹਵਾਵਾਂ ਵਗਦੀਆਂ ਤੇ ਧਰਤੀ ਉੱਤੇ ਰੇਤ ਵਿਛਾ ਕੇ ਚਲੇ ਜਾਂਦੀਆਂ। ਇੱਕ ਵਾਰ ਦੀ ਗੱਲ ਸੀਗੀ ਕਿ ਹਵਾ ਨੇ ਬਹੁਤ ਹੀ ਭਿਆਨਕ ਰੂਪ ਧਾਰਨ ਕਰ ਲਿਆ, ਝੱਖੜ ਦਾ ਰੂਪ ਧਾਰਨ ਕਰ ਲਿਆ। ਤੇ ਝੱਖੜ ਇੰਨਾ ਤੇਜ਼ ਸੀ ਕਿ ਉਹਨਾਂ ਦੇ ਪੈਰ ਜ਼ਮੀਨ ਤੇ ਨਹੀਂ ਸੀ ਟਿਕ ਰਹੇ। ਉਖੜੀਆਂ ਹੋਈਆਂ ਝਾੜੀਆਂ ਦੇ ਵਾਂਗੂ ਅਗਾਂਹ ਦੀ ਗਾਂਹ ਲੋਕ ਲੁੜਕਦੇ ਜਾ ਰਹੇ ਸੀ। ਅਚਾਨਕ ਉਹਨਾਂ ਨੇ ਵੇਖਿਆ ਕਿ ਕੋਈ ਬਾਹਾਂ ਪਸਾਰ ਕੇ ਸਾਹਮਣੇ ਖੜਾ ਆ ਤੇ ਉਸ ਰੇਤ ਦੇ ਤੂਫਾਨ ਦੇ ਵਿੱਚ ਕੁਝ ਵੀ ਸਾਫ਼ ਨਜ਼ਰ ਨਹੀਂ ਸੀ ਆ ਰਿਹਾ। ਤੇ ਉਹਨਾਂ ਨੂੰ ਲੱਗਿਆ ਕਿ ਕਿਸੇ ਨੇ ਬਾਹਾਂ ਦੇ ਘੇਰੇ ਦੇ ਵਿੱਚ ਸਾਨੂੰ ਲੈ ਲਿਆ ਆ, ਸਾਨੂੰ ਬਚਾ ਲਿਆ ਆ। ਜਦੋਂ ਹੋਸ਼ ਆਈ ਤੇ ਵੇਖਿਆ ਕਿ ਉਹ ਤਾਂ ਇੱਕ ਰੁੱਖ ਸੀਗਾ ਤੇ ਜਿਹਦੀਆਂ ਟਾਹਣੀਆਂ ਦੇ ਵਿੱਚ ਉਹ ਪਰਿਵਾਰ ਦੇ ਮੈਂਬਰ ਫਸ ਗਏ ਸਨ ਤੇ ਉਸ ਟਾਹਣੀਆਂ ਦੇ ਕਾਰਨ ਉਹਨਾਂ ਦੀ ਜਾਨ ਬਚ ਗਈ। ਤੇ ਉਸ ਤੋਂ ਬਾਅਦ ਭੀਖੂ ਬੋਲਿਆ ਕਿ ਭੀਖੂ ਜੋ ਕਿ ਇਸ ਕਹਾਣੀ ਦਾ ਮੁੱਖ ਪਾਤਰ ਆ, ਉਸਦੀ ਪਤਨੀ ਤੇ ਉਸਦਾ ਪੁੱਤਰ ਆਲਮ। ਇਹ ਕਹਾਣੀ ਤਿੰਨਾਂ ਦੇ ਇਰਦ ਗਿਰਦ ਹੀ ਘੁੰਮਦੀ ਆ। ਤੇ ਭੀਖੂ ਜਦੋਂ ਸਵੇਰ ਹੋਈ ਤਾਂ ਉਹਨੇ ਦੇਖਿਆ ਕਿ ਰੁੱਖ ਤਾਂ ਬੜਾ ਹਰਾ ਭਰਾ ਆ ਤੇ ਜ਼ਰੂਰ ਇਹਦੇ ਆਸੇ-ਪਾਸੇ ਪਾਣੀ ਹੋਏਗਾ। ਪਾਣੀ ਲੱਭਣ ਵਾਸਤੇ ਉਸਨੇ ਡੰਗੋਰੀ ਸੋਟੀ ਦੇ ਨਾਲ ਥਾਂ-ਥਾਂ ਤੋਂ ਜ਼ਮੀਨ ਨੂੰ ਠਕੋਰਿਆ ਤੇ ਸੂਰਜ ਦੀ ਦਿਸ਼ਾ ਵੱਲ ਵੇਖਿਆ ਤੇ ਜ਼ਮੀਨ ਦੇ ਉੱਪਰ ਲੀਕਾਂ ਵਾਹ ਦਿੱਤੀਆਂ ਤੇ ਡੰਗੋਰੀ ਗੱਡ ਦਿੱਤੀ। ਉਸ ਤੋਂ ਬਾਅਦ ਉਹਨਾਂ ਨੇ ਵੇਖਿਆ ਜਦੋਂ ਉਹਨਾਂ ਨੇ ਮਿੱਟੀ ਆਸੇ-ਪਾਸੇ ਖੁਰਚਣੀ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਪਾਣੀ ਮਿਲ ਗਿਆ। ਪਾਣੀ ਵੇਖ ਕੇ ਤਾਂ ਉਹਨਾਂ ਦੀਆਂ ਵਰਾਸ਼ਾਂ ਹੀ ਖਿੜ ਗਈਆਂ। ਉਹਨਾਂ ਨੇ ਪਾਣੀ ਪੀਤਾ ਤੇ ਰੁੱਖ ਨੇ ਤੋਂ ਉਹਨਾਂ ਨੇ ਫਲ ਖਾ ਕੇ ਆਪਣੇ ਪੇਟ ਦੀ ਭੁੱਖ ਮਿਟਾਈ। ਤੇ ਉਹਨਾਂ ਦੇ ਪੁੱਤਰ ਆਲਮ ਨੂੰ ਤਾਂ ਜਿਵੇਂ ਕੋਈ ਦੋਸਤ ਮਿਲ ਗਿਆ ਹੁੰਦਾ ਆ। ਉਹ ਰੁੱਖ ਦੀਆਂ ਟਾਹਣੀਆਂ ਦੇ ਨਾਲ ਝੂਟਦਾ ਤੇ ਉਹਦੇ ਨਾਲ ਖੇਡਣ ਲੱਗ ਪੈਂਦਾ। ਦੂਸਰੇ ਦਿਨ ਕੀ ਹੋਇਆ ਕਿ ਭੀਖੂ ਸਵੇਰੇ-ਸਵੇਰੇ ਰੁੱਖ ਦੀਆਂ ਟਾਹਣੀਆਂ ਵੱਢਣ ਲੱਗ ਗਿਆ। ਭੀਖੂ ਦੀ ਪਤਨੀ ਬੋਲੀ ਕਿ ਇਹ ਤੁਸੀਂ ਕਿਉਂ ਕਰ ਰਹੇ ਹੋ ਤੇ ਇਸ ਰੁੱਖ ਨੇ ਤਾਂ ਸਾਡੀ ਜਾਨ ਬਚਾਈ ਆ। ਤੇ ਉਸਨੇ ਕਿਹਾ ਕਿ ਤੂੰ ਇਸ ਰੁੱਖ ਥੱਲੇ ਮੇਲਾ ਲਾਉਣਾ ਆ ਤੇ ਬੈਠਣ ਵਾਸਤੇ ਮੰਜੀ ਪੀੜਾ ਵੀ ਚਾਹੀਦਾ ਆ। ਤੇ ਉਹਨਾਂ ਨੇ ਇੱਕ ਢਾਰਾ ਛੰਨ ਲਿਆ, ਇੱਕ ਝੌਂਪੜੀ ਬਣਾ ਲਈ ਆਪਣੇ ਬਚਾਅ ਦੇ ਕਾਰਨ। ਤੇ ਉਸ ਤੋਂ ਬਾਅਦ ਦੂਸਰੇ ਦਿਨ ਵੀ ਇਸੇ ਤਰ੍ਹਾਂ ਉਹਨਾਂ ਦੀਆਂ ਲੋੜਾਂ ਵੱਧਦੀਆਂ ਰਹੀਆਂ ਤੇ ਹੌਲੀ-ਹੌਲੀ ਰੁੱਖ ਖਤਮ ਹੁੰਦਾ ਗਿਆ।
ਤੇ ਭੀਖੂ ਦੀ ਪਤਨੀ ਤਾਂ ਉਸਦਾ ਪੁੱਤਰ ਬਹੁਤ ਹੀ ਨਾਰਾਜ਼ ਹੋਏ ਤੇ ਉਦਾਸ ਹੋ ਗਏ। ਤੇ ਰੁੱਖ ਨਿੱਤ ਉਹਨਾਂ ਦੀਆਂ ਜ਼ਰੂਰਤਾਂ ਪੈਦਾ ਹੁੰਦੀਆਂ ਤੇ ਰੁੱਖ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਗਿਆ। ਤੇ ਇੱਕ ਦਿਨ ਰੁੱਖ ਦੀ ਥਾਂ ਤੇ ਇੱਕ ਰੁੰਡ ਮੁੰਡ ਜਿਹਾ ਤਣਾ ਰਹਿ ਗਿਆ ਤੇ ਉਹਨੂੰ ਵੇਖ ਕੇ ਵੀ ਭੀਖੂ ਨੇ ਕਿਹਾ ਕਿ ਇਸ ਨੂੰ ਅਸੀਂ ਕਿਸੇ ਵੱਡੇ ਕੰਮ ਦੇ ਵਾਸਤੇ ਵਰਤਾਂਗੇ, ਕਿ ਕੱਲ ਨੂੰ ਸਾਡੇ ਪੁੱਤਰ ਦਾ ਵੀ ਟੱਬਰ ਟੀਹਰ ਹੋਊਗਾ। ਉਸਨੇ ਦੁਰਾਡੀ ਸੋਚ ਲਈ। ਇੱਕ ਦਿਨ ਕੀ ਹੋਇਆ ਕਿ ਫਕੀਰ ਰੁੱਖ ਦਾ ਹਸ਼ਰ ਵੇਖ ਕੇ ਉਦਾਸ ਹੋ ਗਿਆ ਤੇ ਕੁਝ ਚਿਰ ਚੁੱਪ ਰਿਹਾ ਤੇ ਬੋਲਿਆ ਕਿ ਹਮੇਸ਼ਾ ਰੁੱਖ ਕੱਟੇ ਆ ਕਿ ਕਦੇ ਰੁੱਖ ਲਾਏ ਵੀ ਆ, ਕਿ ਇਸ ਦੁਨੀਆ ਵਿੱਚ ਹਰਿਆਵਲ ਦੇ ਬੀਜੇ ਮੁੱਕ ਗਏ ਆ। ਤੇ ਭੀਖੂ ਨੂੰ ਕੋਈ ਵੀ ਗੱਲ ਨਾ ਸੁੱਝੀ। ਫਕੀਰ ਨੇ ਅੱਖਾਂ ਮੀਟ ਲਈਆਂ। ਕੁਝ ਚਿਰ ਪਿੱਛੋਂ ਉਸਨੇ ਅੱਖਾਂ ਖੋਲੀਆਂ ਤੇ ਉਦਾਸ ਸੁਰ ਵਿੱਚ ਬੋਲਿਆ ਕਿ ਇਸ ਘਰ ਦੇ ਉੱਪਰ ਉਜਾੜੇ ਦਾ ਪਰਛਾਵਾਂ ਵੇਖ ਰਿਹਾ ਆ। ਜਦੋਂ ਰੁੱਖ ਨਾ ਹੋਣ ਤਾਂ ਇਦਾਂ ਹੀ ਹੁੰਦਾ ਆ। ਤੇ ਉਸ ਤੋਂ ਬਾਅਦ ਉਹਨਾਂ ਨੇ ਉਸਨੇ ਪੁੱਛਿਆ ਕਿ ਭੀਖੂ ਤੂੰ ਹਮੇਸ਼ਾ ਰੁੱਖ ਉਗਾਉਣ ਵਾਲਾ ਕਿਉਂ ਨਹੀਂ ਬਣਿਆ ਹੈਗਾ, ਤੂੰ ਕਿਉਂ ਰੁੱਖ ਕੱਟਣ ਵਾਲਾ ਬਣਿਆ ਆ। ਉਸਨੇ ਕਿਹਾ ਕਿ ਮੇਰੇ ਬਾਪ ਤੇ ਮੇਰੇ ਦਾਦੇ ਏਦਾਂ ਹੀ ਕਰਦੇ ਹੁੰਦੇ ਸੀ, ਕਿਉਂਕਿ ਉਹਨੂੰ ਆਪਣੇ ਪਰਿਵਾਰ ਤੋਂ ਸਿੱਖਿਆ ਹੀ ਉਦਾਂ ਦੀ ਮਿਲੀ ਹੋਈ ਸੀਗੀ ਤੇ ਉਹਨਾਂ ਨੇ ਕਦੇ ਰੁੱਖ ਲਾਇਆ ਹੀ ਨਹੀਂ ਸੀ, ਉਹ ਸਿਰਫ ਰੁੱਖ ਵੱਢਦੇ ਸੀ। ਤੇ ਭੀਖੂ ਦੀ ਕੋਈ ਵੀ ਗਲਤੀ ਨਹੀਂ ਸੀ ਕਿਉਂਕਿ ਉਹਨੂੰ ਆਪਣੇ ਪਰਿਵਾਰ ਤੋਂ ਸਿੱਖਿਆ ਹੀ ਏਦਾਂ ਦੀ ਮਿਲੀ ਸੀ। ਪਰ ਫਕੀਰ ਤੇ ਭੀਖੂ ਦੇ ਵਿੱਚ ਜਿਹੜੀ ਗੱਲ ਹੋ ਰਹੀ ਸੀ, ਜਿਹੜੀ ਵਾਰਤਾਲਾਪ ਹੋ ਰਹੀ ਸੀ, ਉਸਦਾ ਅਸਰ ਭੀਖੂ ਦੇ ਪੁੱਤਰ ਆਲਮ ਉੱਤੇ ਹੋਇਆ। ਆਲਮ ਰੋਣ ਹੱਕਾ ਹੋ ਕੇ ਬੋਲਿਆ ਕਿ ਬਾਪੂ ਤੂੰ ਰੁੱਖ ਵੱਢਣ ਵਾਲਾ ਕਿਉਂ ਬਣਿਆ, ਤੂੰ ਰੁੱਖ ਉਗਾਉਣ ਵਾਲਾ ਕਿਉਂ ਨਹੀਂ ਬਣਿਆ। ਭੀਖੂ ਸ਼ਰਮਸਾਰ ਹੋ ਗਿਆ। ਉਸਨੇ ਨੀਵੀਂ ਪਾ ਲਈ ਕਿ ਮੇਰੇ ਵੱਡੇ ਵਡੇਰੇ ਇਦਾਂ ਹੀ ਕਰਦੇ ਸੀਗੇ ਤੇ ਮੈਂ ਸੋਚਿਆ ਕਿ ਇਦਾਂ ਹੀ ਕਰੀਦਾ ਆ, ਮੈਨੂੰ ਕੀ ਪਤਾ ਸੀਗਾ। ਮਾਰੂਥਲ ਦੇ ਵਿੱਚ ਇੱਕ ਵਾਂਵਰੋਲਾ ਉੱਠਿਆ। ਅਚਾਨਕ ਆਲਮ ਖੜਾ ਹੋ ਗਿਆ। ਹੁਣ ਮੈਂ ਵੱਡਾ ਹੋ ਗਿਆ ਆ ਤੇ ਮੈਂ ਹੁਣ ਬਣਾਂਗਾ ਰੁੱਖ ਉਗਾਉਣ ਵਾਲਾ। ਤਾਂ ਉਸ ਹਰਿਆਵਲ ਦੇ ਬੀਜ ਆਲਮ ਦੇ ਮਨ ਦੇ ਵਿੱਚ ਬੀਜ ਬੋ ਹੋ ਗਏ ਸਨ ਤੇ ਉਸਨੇ ਮਨ ਬਣਾ ਲਿਆ ਸੀਗਾ ਕਿ ਉਹ ਹਮੇਸ਼ਾ ਹੀ ਰੁੱਖ ਉਗਾਉਣ ਵਾਲਾ ਬਣੇਗਾ। ਤੇ ਆਲਮ ਤਿੱਖੜ ਧੁੱਪ ਵਿੱਚ ਹਰਿਆਵਲ ਦੇ ਬੀਜ ਲੱਭਣ ਤੁਰ ਪਿਆ। ਆਲਮ ਨੂੰ ਹਰਿਆਵਲ ਦੇ ਬੀਜ ਲੱਭ ਪਏ ਸਨ। ਸੁਣਿਆ ਹੈ ਕਿ ਆਲਮ ਜਿੱਧਰ ਵੀ ਲੱਗਦਾ ਹੈ ਰੁੱਖ ਲਾਉਂਦਾ ਤੁਰਿਆ ਜਾਂਦਾ ਆ। ਸੋ ਇਸ ਪਾਠ ਦੇ ਵਿੱਚ ਇਹੀ ਦੱਸਿਆ ਆ ਕਿ ਰੁੱਖ ਮਨੁੱਖ ਦੀ ਜ਼ਰੂਰਤ ਪੂਰੀ ਕਰਦਾ ਆ ਤੇ ਲੇਕਿਨ ਮਨੁੱਖ ਦਾ ਫਰਜ਼ ਬਣਦਾ ਆ ਕਿ ਉਹ ਵੱਧ ਤੋਂ ਵੱਧ ਰੁੱਖ ਉਗਾਵੇ ਤਾਂ ਕਿ ਰੁੱਖਾਂ ਦੀ ਕਮੀ, ਰੁੱਖਾਂ ਦੀ ਘਾਟ ਨਾ ਮਹਿਸੂਸ ਹੋਵੇ। ਸੋ ਰੁੱਖ ਸਾਰੀ ਜ਼ਿੰਦਗੀ ਮਨੁੱਖ ਦੇ ਵਾਸਤੇ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੰਦੇ ਹਨ, ਪਰ ਮਨੁੱਖ ਕੁਦਰਤ ਦੇ ਨਾਲ ਖਿਲਵਾੜ ਕਰਦਾ ਜਾ ਰਿਹਾ ਆ ਜੋ ਕਿ ਉਸਦੇ ਵਾਸਤੇ ਚੰਗਾ ਨਹੀਂ ਹੈ। ਸੋ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਆ ਤੇ ਦੂਜਿਆਂ ਨੂੰ ਵੀ ਰੁੱਖ ਲਗਾਉਣ ਵਾਸਤੇ ਪ੍ਰੇਰਿਤ ਕਰਨਾ ਚਾਹੀਦਾ ਆ। ਧੰਨਵਾਦ।